ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਫੈਡਰਲ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਈ ਵੱਡੇ ਐਲਾਨ ਕੀਤੇ। ਸਰਕਾਰ ਦਾ ਪਹਿਲਾ ਕੀ ਫੋਕਸ ਹੋਵੇਗਾ, ਕੈਬਨਿਟ ਵੱਲੋਂ ਕਦੋਂ ਸਹੁੰ ਚੁੱਕੀ ਜਾਵੇਗੀ, ਇਸ ਦੀ ਗੱਲ ਜਿਹੜੀ ਹੈ ਜਸਟਿਨ ਟਰੂਡੋ ਵੱਲੋਂ ਕੀਤੀ ਗਈ। ਅੱਜ ਕੈਨੇਡਾ ਦੇ ਇੱਕ ਸੂਬੇ ਦੇ ਵੱਲੋਂ ਮੁੜ ਤੋਂ ਸਖਤੀਆਂ ਦਾ ਵੀ ਐਲਾਨ ਕੀਤਾ ਗਿਆ। ਹੋਰ ਵੀ ਕਈ तमाम ਖਬਰਾਂ ਨੇ ਜਿਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁਰ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਇੰਦਰਪ੍ਰੀਤ ਜੀ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਿਹੜੇ ਐਲਾਨ ਨੇ ਉਹਨਾਂ ਦੀ ਕਰ ਲੈਂਦੇ ਆ। ਉਹਨਾਂ ਵੱਲੋਂ ਦੋ ਐਲਾਨ ਕੀਤੇ ਗਏ, ਪਰ ਸਵਾਲ ਜਿਹੜਾ ਪਹਿਲਾਂ ਕੈਬਨਿਟ ਦੇ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਕੈਬਨਿਟ ਦੇ ਵੱਲੋਂ ਕਦੋਂ ਸਹੁੰ ਚੁੱਕੀ ਜਾਵੇਗੀ। ਇਸ ਦੌਰਾਨ ਕੈਬਨਿਟ ਨੂੰ ਲੈ ਕੇ ਜਾਂ ਸਰਕਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹੜੇ ਐਲਾਨ ਕੀਤੇ ਗਏ? ਬਿਲਕੁਲ ਜੀ, ਕਿਉਂਕਿ ਹੁਣ ਲਗਭਗ ਜਿਹੜੀ ਆ ਸਰਕਾਰ ਚੁਣੀ ਜਾ ਚੁੱਕੀ ਆ। ਹਾਲਾਂਕਿ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਕਿਹਾ ਕਿ ਹੱਲੇ ਤੱਕ ਫਾਈਨਲ ਮੈਂਡੇਟ ਜਿਹੜਾ ਉਹਨਾਂ ਕੋਲ ਨਹੀਂ ਆਇਆ, ਕਿਉਂਕਿ ਇਸ ਵਾਰ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਕੋਵਿਡ ਕਰਕੇ ਥੋੜੀ ਲੰਬੀ ਹੋ ਗਈ। ਸੋ ਰਸਮੀ ਤੌਰ ਤੇ ਹੱਲੇ ਇਲੈਕਸ਼ਨ ਕੈਨੇਡਾ ਵੱਲੋਂ ਜਿਹੜੇ ਉਹ ਐਲਾਨ ਕੀਤੇ ਜਾਣੇ ਨੇ ਕਿ ਕਿਹੜੀ ਪਾਰਟੀ ਨੂੰ ਕਿੰਨਾ ਮੈਂਡੇਟ ਮਿਲਿਆ। ਹਾਲਾਂਕਿ ਸਭ ਕੁਝ ਕਲੀਅਰ ਆ, ਸ਼ਾਇਦ ਪੂਰੇ ਤਰੀਕੇ ਨਾਲ ਆਪੋ ਆਪਣਾ ਕੰਮਕਾਜ ਵੀ ਜਿਹੜੇ ਉਹ ਐਮਪੀਆਂ ਨੇ ਦੁਬਾਰਾ ਸੰਭਾਲ ਲਿਆ। ਜਿਵੇਂ ਕਿ ਕੁਝ ਐਮਪੀ ਲਿਬਰਲ ਦੇ ਇਸ ਵਕਤ ਆਪਣੇ ਦਫ਼ਤਰਾਂ 'ਚ ਬੈਠਣਾ ਵੀ ਸ਼ੁਰੂ ਕਰ ਚੁੱਕੇ ਨੇ, ਕਿਉਂਕਿ ਲਗਾਤਾਰ ਜਿਹੜਾ ਵਾ ਉਹ ਇਹ ਤਾਂ ਕਲੀਅਰ ਹੋ ਹੀ ਜਾਂਦਾ ਕਿ ਕਿਹੜਾ ਐਮਪੀ ਇਸ ਵਕਤ ਜਿੱਤ ਚੁੱਕਿਆ। ਔਰ ਇਸ ਵਕਤ 159 ਸੀਟਾਂ ਜਿਹੜੀਆਂ ਉਹ ਲਿਬਰਲ ਪਾਰਟੀ ਦੇ ਕੋਲ ਆ ਗਈਆਂ ਨੇ, ਔਰ ਪਿਛਲੀ ਵਾਰ ਨਾਲੋਂ 2 ਸੀਟਾਂ ਵੱਧ ਨੇ, ਪਰ ਬਹੁਮਤ ਤੋਂ ਹੱਲੇ ਵੀ 11 ਸੀਟਾਂ ਜਿਹੜੀਆਂ ਉਹ ਘੱਟ ਨੇ। ਸੋ ਪਰ ਜਿਹੜਾ ਵਾ ਇਸੇ ਕਰਕੇ ਹੁਣ ਮਿਨੋਰਟੀ ਗਵਰਨਮੈਂਟ ਬਣਨ ਜਾ ਰਹੀ ਆ ਤੇ ਜਸਟਿਨ ਟਰੂਡੋ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਹੋਣਗੇ। ਔਰ ਉਹਨਾਂ ਨੇ ਅੱਜ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਡਿਪਟੀ ਪੀਐਮ ਸੀਗੇ ਕ੍ਰਿਸਟੀਆ ਫਰੀਲੈਂਡ, ਇਸ ਵਾਰ ਉਹ ਆਪਣੇ ਅਹੁਦੇ ਤੇ ਕਾਇਮ ਰਹਿਣਗੇ ਤੇ ਉਹਨਾਂ ਨੇ ਇਸ ਅਹੁਦੇ ਲਈ ਹਾਮੀ ਵੀ ਭਰ ਦਿੱਤੀ ਹੈ ਇਸ ਅਹੁਦੇ ਤੇ ਬਣੇ ਰਹਿਣ ਲਈ। ਹੁਣ ਸਵਾਲ ਇਹ ਹੈ ਕਿ ਜਿਹੜੀ ਬਾਕੀ ਦੀ ਕੈਬਨਿਟ ਆ ਉਹਦੇ ਵਿੱਚ ਕੌਣ ਅੰਦਰ ਹੋਵੇਗਾ, ਕੌਣ ਬਾਹਰ ਹੋਵੇਗਾ। ਚਰਚਾ ਇਹੀ ਆ ਕਿ ਕਾਫੀ ਬਦਲਾਵ ਹੋ ਸਕਦੇ ਆ, ਕੁਝ ਨਵੇਂ ਚਿਹਰੇ ਆਉਣਗੇ ਵੀ। ਹਾਲਾਂਕਿ ਕੁਝ ਜਿਹੜੇ ਇਸ ਕਰਕੇ ਵੀ ਚਿਹਰੇ ਨਵੇਂ ਆਉਣਗੇ ਕਿ ਕੁਝ ਜਿਹੜੇ ਮੰਤਰੀ ਆ ਉਹ ਉਹਨਾਂ ਨੂੰ ਇੱਕ ਦੋ ਨੂੰ ਇਲੈਕਸ਼ਨ 'ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ, ਉਹ ਦੁਬਾਰਾ ਐਮਪੀ ਨਹੀਂ ਬਣ ਸਕੇ, ਜਿਸ ਕਰਕੇ ਦੁਬਾਰਾ ਕੈਬਨਿਟ ਵਿੱਚ ਵੀ ਨਹੀਂ ਆ ਸਕਣਗੇ। ਸੋ ਇਹ ਵੀ ਸਵਾਲ ਆ ਕਿ ਇਸ ਵਾਰ ਬਦਲਾਵ ਕੀ ਹੋਣਗੇ। ਇੱਕ ਤਾਂ ਚਰਚਾ ਇਹ ਵੀ ਚੱਲ ਰਹੀ ਆ ਕਿ ਇੱਕ ਤਵਾਜ਼ਨ ਬਣਾਉਣ ਦੀ ਜਸਟਿਨ ਟਰੂਡੋ ਕੋਸ਼ਿਸ਼ ਕਰਨਗੇ ਕਿ ਜਿੰਨੇ ਮੇਲ ਮਿਨਿਸਟਰ ਹੋਣਗੇ ਕੈਬਨਿਟ ਦੇ ਵਿੱਚ, ਉਨੀਆਂ ਹੀ ਫੀਮੇਲ ਵੀ ਹੋਣਗੀਆਂ। ਜੇ ਮੰਨ ਲਓ 40 ਦੀ ਕੈਬਨਿਟ ਬਣੇਗੀ ਤਾਂ ਉਹ 'ਚ 20 ਜਿਹੜੇ ਆ ਉਹ ਮੇਲ ਹੋਣਗੇ ਤੇ ਬਾਕੀ 20 ਜਿਹੜੀਆਂ ਉਹ ਫੀਮੇਲ ਹੋਣਗੀਆਂ। ਸੋ ਇਹ ਵੀ ਇੱਕ ਤਵਾਜ਼ਨ ਬਣਾ ਕੇ ਰੱਖਿਆ ਜਾਵੇਗਾ। ਦੂਜੀ ਗੱਲ ਇਹ ਵੀ ਸੀਗੀ ਕਿ ਜਿਹੜਾ ਵਾ ਹਰ ਇੱਕ ਸੂਬੇ ਨੂੰ ਨੁਮਾਇੰਦਗੀ ਮਿਲੇਗੀ, ਪਰ ਹੁਣ ਜਿਵੇਂ ਜਿਹੜੇ ਸੂਬੇ ਦੇ ਵਿੱਚ ਲਿਬਰਲ ਨੂੰ ਕੋਈ ਸੀਟ ਨਹੀਂ ਮਿਲੀ, ਜੋ ਜਿਵੇਂ ਕਿ ਸਸਕੈਚੁਅਨ ਆ, ਸੋ ਉਹਨਾਂ ਨੂੰ ਹੁਣ ਨੁਮਾਇੰਦਗੀ ਨਹੀਂ ਮਿਲ ਸਕੇਗੀ ਕਿਉਂਕਿ ਉੱਥੋਂ ਸਾਰੇ ਐਮਪੀ ਜਿਹੜੇ ਕੰਜ਼ਰਵੇਟਿਵ ਦੇ ਨੇ। ਪਿਛਲੇ 2 ਸਾਲ ਚ ਦੇਖੀਏ ਤਾਂ ਅਲਬਰਟਾ ਦੀ ਵੀ ਹਾਲਾਤ ਇਹੀ ਸੀਗੇ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਨੁਮਾਇੰਦਗੀ ਨਹੀਂ ਮਿਲੀ ਸੀ, ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ 2019 ਦੇ ਵਿੱਚ ਅਲਬਰਟਾ ਵਿੱਚ ਲਿਬਰਲ ਇੱਕ ਵੀ ਸੀਟ ਜਿਹੜੀ ਆ ਉਹ ਨਹੀਂ ਜਿੱਤ ਸਕੀ ਸੀ। ਉੱਥੋਂ ਕੋਈ ਵੀ ਮੰਤਰੀ ਨਹੀਂ ਸੀ, ਅਮਰਜੀਤ ਸੋਹੀ ਉੱਥੋਂ ਸੀਗੇ, ਪਰ 2019 ਵਿੱਚ ਉਹ ਚੋਣ ਹਾਰ ਗਏ ਸੀਗੇ। ਸੋ ਐਤਕੀ 2 ਐਮਪੀ ਉੱਥੋਂ ਉਹਨਾਂ ਦੇ ਹੈਗੇ ਆ, ਇੱਕ ਜਾਰਜ ਚਾਹਲ ਨੇ ਕੈਲਗਰੀ ਸਕਾਈਵਿਊ ਤੋਂ, ਤੇ ਇੱਕ ਸੀਟ ਉਹਨਾਂ ਨੇ ਐਡਮਿੰਟਨ ਸੈਂਟਰ ਜਿੱਤੀ ਆ। ਸੋ ਉੱਥੋਂ ਦੇਖਦੇ ਆ ਕਿ ਉਹਨਾਂ ਦੋਨਾਂ ਚੋਂ ਕੌਣ ਮੰਤਰੀ ਬਣਦਾ ਆ। ਸੋ ਨਵਦੀਪ ਵੈਸ ਜਿਹੜੇ ਆ ਉਹ ਅਹੁਦਾ ਛੱਡ ਕੇ ਗਏ ਸੀ, ਅਸਤੀਫਾ ਦੇ ਦਿੱਤਾ ਸੀਗਾ। ਸੋ ਮੰਨਿਆ ਜਾਂਦਾ ਕਿ ਉਹ ਪੰਜਾਬੀ ਕੋਟੇ 'ਚ ਹੀ ਉਹਨਾਂ ਦੀ ਸੀਟ ਕਿਤੇ ਦਿੱਤੀ ਜਾਵੇਗੀ। ਸੋ ਬਰੈਂਪਟਨ ਦੇ ਲਾਗੇ ਛਾਗੇ ਕੋਈ ਮੰਤਰੀ ਨਵਾਂ ਬਣ ਸਕਦਾ ਹੈ। ਵੈਸੇ ਤਾਂ ਅਨੀਤਾ ਆਨੰਦ ਤੇ ਵਰਦੀਸ਼ ਚੱਗੜ ਜਿਹੜੇ ਆ ਪਿਛਲੀ ਵਾਰ ਕੈਬਨਿਟ 'ਚ ਸੀਗੇ, ਐਤਕੀ ਵੀ ਉਹ ਰਹਿ ਸਕਦੇ ਆ। ਸੋ ਇਹਦੇ ਨਾਲ ਹੀ ਕੋਈ ਹੋਰ ਵੀ ਉੱਥੋਂ ਇੱਕ ਪੰਜਾਬੀ ਹੋਰ ਜਿਹੜਾ ਸ਼ਾਮਿਲ ਹੋ ਸਕਦਾ ਆ। ਔਰ ਹਰਜੀਤ ਸੱਜਣ ਹੋਣਾ ਬਾਰੇ ਵੀ ਸਵਾਲ ਹੋਵੇਗਾ ਕਿ ਉਹ ਦੁਬਾਰਾ ਇਸ ਵਾਰ ਰੱਖਿਆ ਮੰਤਰੀ ਦੇ ਅਹੁਦੇ ਉੱਤੇ ਬਰਕਰਾਰ ਰਹਿਣਗੇ, ਕਿਉਂਕਿ ਉਹਨਾਂ ਸੰਬੰਧੀ ਹੱਲੇ ਕੁਝ ਵੀ ਜਸਟਿਨ ਟਰੂਡੋ ਹੋਣਾ ਨੇ ਨਹੀਂ ਦੱਸਿਆ। ਹਾਲਾਂਕਿ ਪਿਛਲੀ ਵਾਰ ਉਹਨਾਂ ਦੇ ਕੋਈ ਵਿਵਾਦ ਵੀ ਸਾਹਮਣੇ ਆਏ ਸੀ, ਵਿਰੋਧੀ ਧਿਰਾਂ ਨੇ ਘੇਰਿਆ ਸੀਗਾ, ਪਰ ਉਸ ਵਕਤ ਜਸਟਿਨ ਟਰੂਡੋ ਡਟ ਕੇ ਸੱਜਣ ਦੇ ਹੱਕ 'ਚ ਖੜੇ ਸੀ ਅਤੇ ਕਿਹਾ ਸੀ ਕਿ ਸੱਜਣ ਨੇ ਇੱਕ ਲੰਬੀ ਸੇਵਾ ਕੀਤੀ ਆ ਫੌਜ ਦੇ ਵਿੱਚ, ਜੋ ਉਹਨਾਂ ਦੇ ਕੰਮ ਕੀਤੇ ਆ, ਵਿਰੋਧੀ ਧਿਰਾਂ ਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਆ। ਸੋ ਉਸ ਤੋਂ ਇਸ਼ਾਰਾ ਇਹ ਮਿਲਦਾ ਕਿ ਐਤਕੀ ਵੀ ਜਿਹੜੇ ਸੱਜਣ ਆ ਉਹ ਆਪਣੇ ਅਹੁਦੇ ਤੇ ਬਰਕਰਾਰ ਰਹਿਣਗੇ, ਪਰ ਆਖਰੀ ਫੈਸਲਾ ਜਸਟਿਨ ਟਰੂਡੋ ਨੇ ਲੈਣਾ। ਤੇ ਹੁਣ ਜੋ ਨਵੀਂ ਕੈਬਨਿਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਹੁੰ ਕਦੋਂ ਚੁੱਕੇਗੀ, ਸੋ ਹੁਣ ਲਗਭਗ ਜਿਹੜਾ ਸਤੰਬਰ ਮਹੀਨਾ ਤੋਂ ਬੀਤ ਚੁੱਕਾ ਆ। ਸੋ ਲੱਗਦਾ ਹੈ ਕਿ ਸ਼ਾਇਦ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਵਾ ਉਹ ਕੈਬਨਿਟ ਜਿਹੜੀ ਆ ਉਹ ਬਣਾ ਕੇ ਸਹੁੰ ਚੁਕਾ ਕੇ ਉਸ ਤੋਂ ਬਾਅਦ ਫਿਰ ਪਾਰਲੀਮੈਂਟ ਕਾਲ ਜਿਹੜੀ ਉਹ ਕੀਤੀ ਜਾਵੇਗੀ।
ਸੋ ਅਕਤੂਬਰ ਦੇ ਵਿੱਚ ਹੀ ਪਾਰਲੀਮੈਂਟ ਵੀ ਕਾਲ ਹੋ ਸਕਦੀ ਆ, ਨਵੰਬਰ ਵਿੱਚ ਵੀ ਹੋ ਸਕਦੀ ਹੈ, ਪਰ ਬਹੁਤੇ ਅਸਾਰ ਇਹੀ ਆ ਕਿ ਅਕਤੂਬਰ 'ਚ ਹੀ ਜਿਹੜੀ ਉਹ ਪਾਰਲੀਮੈਂਟ ਕਾਲ ਹੋਵੇਗੀ ਤੇ ਅਕਤੂਬਰ ਦੇ ਵਿੱਚ ਹੀ ਪਹਿਲੇ ਹਫ਼ਤੇ ਹੋ ਸਕਦਾ ਇਹ ਕਿ ਜਸਟਿਨ ਟਰੂਡੋ ਜਿਹੜੇ ਆ ਕੈਬਨਿਟ ਦਾ ਐਲਾਨ ਕਰ ਦੇਣ ਤੇ ਫਿਰ ਉਸ ਤੋਂ ਬਾਅਦ ਸਹੁੰ ਚੁਕਾ ਕੇ ਉਹਨਾਂ ਨੂੰ ਉਹਨਾਂ ਦੇ ਵਿਭਾਗ ਵੰਡ ਕੇ ਸਰਕਾਰ ਪੂਰੇ ਤਰੀਕੇ ਨਾਲ ਆਪਣਾ ਕੰਮਕਾਰ ਜਿਹੜਾ ਉਹ ਸ਼ੁਰੂ ਕਰ ਦੇਣ। ਜੀ ਸੋ ਮਨਦੀਪ ਜੀ, ਜਸਟਿਨ ਟਰੂਡੋ ਵੱਲੋਂ ਅੱਜ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ। ਪਹਿਲਾਂ ਤਾਂ ਉਹਨਾਂ ਨੇ ਜਿਹੜੇ ਯੋਜਨਾ ਬਣਾਉਣੇ ਨੇ ਯਾਤਰਾ ਦੀ, ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਟਰੂਡੋ ਕਹਿੰਦੇ ਨੇ ਜਾਂ ਤਾਂ ਕੋਵਿਡ ਦੇ ਵੈਕਸੀਨ ਦੋਨੋਂ ਸ਼ਾਟਸ ਲਗਵਾ ਲਓ ਜਾਂ ਫਿਰ ਪਾਬੰਦੀਆਂ ਦੇ ਵਾਸਤੇ, ਰੋਕਾਂ ਦੇ ਵਾਸਤੇ ਤਿਆਰ ਹੋ ਜਾਓ। ਯਾਤਰਾ ਦੇ ਨਾਲ ਸੰਬੰਧਿਤ ਵੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ। ਦੱਸਿਆ ਹੈ ਕਿ ਸਰਕਾਰ ਦਾ ਪਹਿਲਾ ਫੋਕਸ ਕੀ ਹੋਵੇਗਾ, ਇਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਬਿਲਕੁਲ, ਕਿਉਂਕਿ ਇਹ ਗੱਲਾਂ ਜਿਹੜੀਆਂ ਜਸਟਿਨ ਟਰੂਡੋ ਜਿਹੜੇ ਉਹ ਇਲੈਕਸ਼ਨ ਵਿੱਚ ਵੀ ਕਰਦੇ ਆ, ਇਹ ਇੱਕ ਵਾਅਦੇ ਵਾਂਗ ਵੀ ਉਹਨਾਂ ਨੇ ਪ੍ਰਚਾਰਿਆ ਕਿ ਉਹ ਚਾਹੁੰਦੇ ਨੇ ਕਿ ਜਿਹੜੀ ਵੈਕਸੀਨ ਆ ਉਹ ਮੈਂਡੇਟਰੀ ਕੀਤੀ ਜਾਵੇ। ਸੋ ਅੱਜ ਉਹਦੇ ਵੱਲ ਹੀ ਇਸ਼ਾਰਾ ਕੀਤਾ ਜਸਟਿਨ ਟਰੂਡੋ ਨੇ ਕਿ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸੇ ਵੀ ਪਬਲਿਕ ਟਰਾਂਸਪੋਰਟ ਜਿਹਦੇ ਵਿੱਚ ਆਪਾਂ ਬੱਸ ਨੂੰ ਗਿਣ ਸਕਦੇ ਆ, ਟ੍ਰੇਨ ਬਾਰੇ ਵੀ ਜ਼ਿਕਰ ਕੀਤਾ, ਔਰ ਜੇਕਰ ਤੁਸੀਂ ਕਿਤੇ ਕੈਨੇਡਾ ਦੇ ਅੰਦਰ ਵੀ ਕਿਤੇ ਬਾਈ ਪਲੇਨ ਜਾਂਦੇ ਹੋ, ਜਹਾਜ਼ 'ਚ ਜਾਂਦੇ ਹੋ, ਤਾਂ ਜੇਕਰ ਤੁਹਾਡੇ ਵੈਕਸੀਨ ਨਹੀਂ ਲੱਗੀ ਤਾਂ ਫਿਰ ਤੁਹਾਨੂੰ ਜਿਹੜਾ ਵਾ ਬੋਰਡ ਨਹੀਂ ਕਰਨ ਦਿੱਤਾ ਜਾਵੇਗਾ, ਤੁਹਾਨੂੰ ਨਹੀਂ ਬੈਠਣ ਦਿੱਤਾ ਜਾਵੇਗਾ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਆ ਪਾਬੰਦੀ ਹੋਵੇਗੀ, ਕਿਉਂਕਿ ਅਕਸਰ ਤੌਰ ਤੇ ਪਬਲਿਕ ਟਰਾਂਸਪੋਰਟ ਜਿਹੜਾ ਜਾਣਾ ਆਉਣਾ ਆ, ਜੇਕਰ ਕੋਈ ਮੰਨ ਲਓ ਬੱਸ ਜਾਂ ਟ੍ਰੇਨ ਨਹੀਂ ਵੀ ਵਰਤਦਾ ਤਾਂ ਘੱਟੋ ਘੱਟ ਹਵਾਈ ਯਾਤਰਾ ਤਾਂ ਜ਼ਰੂਰ ਵਰਤਦਾ ਹੋਵੇਗਾ ਇੱਕ ਪ੍ਰੋਵਿੰਸ ਤੋਂ ਦੂਜੀ ਤੇ ਜਾਣ ਲਈ। ਸੋ ਇਸ ਕਰਕੇ ਜਿਹੜਾ ਵਾ ਇਹ ਵੀ ਇੱਕ ਵੱਡਾ ਇਸ਼ਾਰਾ ਆ ਕਿ ਵੱਡੇ ਪੱਧਰ ਤੇ ਵੈਕਸੀਨੇਸ਼ਨ ਰੇਟ ਜਿਹੜੀ ਉਹ ਸਰਕਾਰ ਵਧਾਉਣਾ ਚਾਹੁੰਦੀ ਆ। ਸੋ ਇਹਦੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਕੋਈ ਇੰਟਰਨੈਸ਼ਨਲ ਲੈਵਲ ਤੇ ਵੀ ਕੋਈ ਟਰੈਵਲ ਕਰ ਰਿਹਾ, ਕੋਈ ਕੈਨੇਡਾ ਤੋਂ ਬਾਹਰ ਜਾ ਰਿਹਾ ਜਾਂ ਬਾਅਦ 'ਚ ਉਹਨੇ ਅੰਦਰ ਆਉਣਾ, ਤਾਂ ਕਹਿੰਦੇ ਚੰਗੀ ਗੱਲ ਇਹੀ ਆ ਕਿ ਉਹ ਵੈਕਸੀਨੇਸ਼ਨ ਕਰਵਾ ਕੇ ਜਾਵੇ, ਔਰ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਜਦੋਂ ਕੈਨੇਡਾ 'ਚ ਸਖਤੀ ਨਾਲ ਜਿਹੜੇ ਨਵੇਂ ਨਿਯਮ ਆ, ਨਵੇਂ ਕਾਨੂੰਨ ਉਹ ਲਾਗੂ ਹੋ ਗਏ ਤਾਂ ਫਿਰ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਸੋ ਇੱਕ ਇਹ ਵੀ ਹੋਰ ਵੀ ਵਿਵਾਦ ਖੜਾ ਹੋ ਗਿਆ ਸੀਗਾ, ਕਿਉਂਕਿ ਹੈਲਥ ਕੈਨੇਡਾ ਵੱਲੋਂ ਜਿਹੜਾ ਵਾ ਉਹ ਇਹ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਕਿਸੇ ਨੇ ਪਹਿਲਾਂ ਐਸਟਰਾਜੈਨੇਕਾ ਲਗਵਾਈ ਹੋਈ ਆ ਤਾਂ ਉਸ ਤੋਂ ਬਾਅਦ ਕੋਈ ਹੋਰ ਵੈਕਸੀਨੇਸ਼ਨ ਜਿਹੜੀ ਆ ਕਿਸੇ ਹੋਰ ਕੰਪਨੀ ਦੀ, ਚਾਹੇ ਮੋਡਰਨਾ, ਫਾਈਜ਼ਰ ਵੀ ਲਵਾਉਂਦਾ ਆ, ਤਾਂ ਉਹ ਵੀ ਕਹਿੰਦੇ ਸੁਰੱਖਿਅਤ ਕਰਦੀ ਆ। ਸੋ ਇਹ ਕੈਨੇਡਾ ਦੇ ਵਿੱਚ ਇਹਨੂੰ ਅਪਰੂਵਲ ਮਿਲੀ ਹੋਈ ਆ। ਪਰ ਜੇ ਹੁਣ ਅਸੀਂ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਐਸਟਰਾਜੈਨੇਕਾ ਨੂੰ ਜਾਂ ਇਹ ਜਿਹੜੀ ਮਿਕਸ ਕਰਕੇ ਵੈਕਸੀਨੇਸ਼ਨ ਹੋਈ ਹੈ, ਇਹਨੂੰ ਹਾਲੇ ਤੱਕ ਕੋਈ ਇਦਾਂ ਦੀ ਅਪਰੂਵਲ ਨਹੀਂ ਮਿਲੀ ਆ। ਮੰਨ ਲਓ ਜੋ ਸੰਭਾਵਨਾ ਜਤਾਈ ਜਾ ਰਹੀ ਆ ਅਕਤੂਬਰ ਜਾਂ ਨਵੰਬਰ ਦੇ ਵਿੱਚ ਜਿਹੜੇ ਉਹ ਬਾਰਡਰ ਅਮਰੀਕਾ ਵਾਲੇ ਪਾਸੇ ਨੂੰ ਵੀ ਖੁੱਲ ਸਕਦੇ ਆ ਕੈਨੇਡਾ ਲਈ ਵੀ। ਜਿਵੇਂ ਹੁਣ ਕੈਨੇਡਾ ਨੇ ਬਾਰਡਰ ਖੋਲੇ ਹੋਏ ਅਮਰੀਕਾ ਲਈ, ਤਾਂ ਅਮਰੀਕਾ ਦੇ ਬਾਰਡਰ ਵੀ ਜਿਹੜੇ ਉਹ ਕੈਨੇਡਾ ਲਈ ਖੁੱਲ ਜਾਣਗੇ। ਪਰ ਉਸ ਵਕਤ ਕਿਉਂਕਿ ਇਹ ਕਿਹਾ ਜਾ ਰਿਹਾ ਕਿ 3.8 ਮਿਲੀਅਨ ਦੇ ਕਰੀਬ ਲੋਕਾਂ ਨੇ ਸ਼ੁਰੂਆਤ ਦੇ ਵਿੱਚ ਐਸਟਰਾਜੈਨੇਕਾ ਲਗਵਾਈ ਸੀ, ਜਿਸ 'ਚ ਜਸਟਿਨ ਟਰੂਡੋ ਵੀ ਸ਼ਾਮਲ ਨੇ ਔਰ ਕਈ ਪ੍ਰੀਮੀਅਰ ਵੀ ਸ਼ਾਮਲ ਨੇ, ਕਈ ਮੰਤਰੀ ਵੀ ਸ਼ਾਮਲ ਨੇ ਸੂਬਿਆਂ ਦੇ ਵੀ, ਕਿਉਂਕਿ ਐਸਟਰਾਜੈਨੇਕਾ ਨੂੰ ਲੈ ਕੇ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਜਿਹੜੀਆਂ ਸੀ ਇਹ ਐਸਟਰਾਜੈਨੇਕਾ ਦੀ ਦਵਾਈ ਜਿਹੜੀ ਸੀ ਖੁਦ ਲੀਡਰਾਂ ਵੱਲੋਂ ਅੱਗੇ ਹੋ ਕੇ ਲਗਵਾਈ ਜਾ ਰਹੀ ਸੀ। ਔਰ ਕੁਝ ਕੁ ਇਹ ਜਿਹੜੀ ਵੈਕਸੀਨ ਦੀ ਖੇਪ ਆ ਉਹ ਭਾਰਤ ਤੋਂ ਵੀ ਜਿਹੜੀ ਆ ਮੰਗਵਾਈ ਗਈ ਸੀਗੀ। ਸੋ ਹੁਣ ਉਹਦੇ ਸੰਬੰਧੀ ਵੀ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਤੇ ਗੱਲ ਕੀਤੀ ਜਾਵੇਗੀ, ਅਮਰੀਕਾ ਨਾਲ ਵੀ ਸ਼ਾਇਦ ਗੱਲ ਕੀਤੀ ਜਾਵੇਗੀ ਕਿ ਇਸ ਸੰਬੰਧੀ ਜੇਕਰ ਇਸ ਤਰੀਕੇ ਨਾਲ ਹੀ ਅਮਰੀਕਾ ਚੱਲਦਾ ਆ ਤਾਂ ਉਹ ਜਿਹੜੇ 38 ਲੱਖ ਲੋਕ ਨੇ ਜਿਨ੍ਹਾਂ ਨੇ ਐਸਟਰਾਜੈਨੇਕਾ ਦੀ ਵੈਕਸੀਨ ਲਈ ਆ ਉਹ ਫਿਰ ਅਮਰੀਕਾ ਨਹੀਂ ਜਾ ਸਕਣਗੇ ਜੇਕਰ ਉੱਥੇ ਇਹਨੂੰ ਅਪਰੂਵਲ ਨਹੀਂ ਮਿਲਦੀ। ਸੋ ਦੇਖਦੇ ਹਾਂ ਕਿ ਇਸ ਪਾਸੇ ਨੂੰ ਸਰਕਾਰ ਕੀ ਕਰਦੀ। ਇਹ ਵੀ ਇੱਕ ਜਸਟਿਨ ਟਰੂਡੋ ਲਈ ਚੁਣੌਤੀ ਹੋਵੇਗੀ ਕਿ ਉਹ ਜਿਹੜੇ 38 ਲੱਖ ਲੋਕ ਨੇ ਜਿਨ੍ਹਾਂ ਨੂੰ ਸਰਕਾਰ ਨੇ ਇਹ ਭਰੋਸਾ ਦਿਵਾਇਆ ਸੀ ਕਿ ਤੁਸੀਂ ਇਹ ਵੈਕਸੀਨ ਲਵਾਓ, ਸੋ ਉਹਨਾਂ ਦੇ ਹੱਕ 'ਚ ਹੁਣ ਕਿਵੇਂ ਖੜਨਾ ਆ, ਇਹਦੇ ਉੱਤੇ ਵੀ ਇੱਕ ਵੱਡਾ ਸਵਾਲ ਰਹੇਗਾ। ਪਰ ਸਿੱਧੇ ਤੌਰ 'ਤੇ ਅੱਜ ਸੰਕੇਤ ਟਰੂਡੋ ਸਾਹਿਬ ਨੇ ਇਹ ਦਿੱਤਾ ਆ ਕਿ ਵੈਕਸੀਨ ਜਿਹੜੀ ਆ ਹਰ ਕਿਸੇ ਨੂੰ ਲਗਵਾਉਣੀ ਪਵੇਗੀ, ਨਹੀਂ ਤਾਂ ਇਸ ਤੋਂ ਬਿਨਾਂ ਜਿਹੜਾ ਗੁਜ਼ਾਰਾ ਫਿਰ ਔਖਾ ਹੋਵੇਗਾ ਤੇ ਉਹਨਾਂ ਨੂੰ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਸੋ ਮਨਦੀਪ ਜੀ, ਅਲਬਰਟਾ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦੇ ਜ਼ਿਕਰ ਜਿਹੜਾ ਉਸਦਾ ਅਸੀਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ। ਪਰ ਇੱਕ ਹੋਰ ਐਮਐਲਏ ਵੱਲੋਂ ਬਗਾਵਤ ਕੀਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੀਮੀਅਰ ਜੇਸਨ ਕੈਨੀ ਦੇ ਉੱਪਰ ਉਹਨਾਂ ਨੂੰ ਟਰਸਟ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਨੇ। ਜਿਸ ਤਰ੍ਹਾਂ ਕਰੋਨਾ ਵਾਇਰਸ ਦੀ ਸਥਿਤੀ ਨੂੰ ਸੰਭਾਲਿਆ ਗਿਆ ਹੈ ਪ੍ਰੀਮੀਅਰ ਨੂੰ, ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਉੱਪਰ ਖੜੇ ਹੋ ਰਹੇ ਨੇ। ਪਰ ਪਾਰਟੀ ਦੇ ਵਿੱਚੋਂ ਵੀ ਜਿਹੜੇ ਜਾਣੀ ਕਹਿ ਲਈਏ ਉਹਨਾਂ ਦੇ ਐਮਐਲਏ ਜਿਹੜੇ ਨੇ ਉਹਨਾਂ ਵੱਲੋਂ ਵੀ ਕਈ ਤਰ੍ਹਾਂ ਦੇ ਕੁਐਸਚਨ ਕੀਤੇ ਜਾ ਰਹੇ ਨੇ। ਤੇ ਹੁਣ ਇਹ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਲਗਾਤਾਰ ਜਿਹੜੇ ਆ ਜੈਸਨ ਕੈਨੀ ਉੱਤੇ, ਕਿਉਂਕਿ ਉਹਨਾਂ ਨੂੰ ਹਾਲਾਂਕਿ ਇੱਕ ਬਹੁਤ ਵੱਡੇ ਕੱਦ ਦਾ ਲੀਡਰ ਮੰਨਿਆ ਜਾਂਦਾ ਫੈਡਰਲ ਲੈਵਲ ਤੇ ਵੀ, ਔਰ ਉਹ ਇਮੀਗ੍ਰੇਸ਼ਨ ਮੰਤਰੀ ਵੀ ਰਹੇ ਨੇ ਹਰਪ੍ਰੀਤ ਸਰਕਾਰ ਦੇ ਵਿੱਚ, ਕਈ ਅਹਿਮ ਅਹੁਦਿਆਂ ਤੇ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਵਜੋਂ ਕਾਫੀ ਮਸ਼ਹੂਰ ਹੋਏ ਸੀ, ਉਹ ਕਾਫੀ ਲੰਮਾ ਸਮਾਂ ਉਹਨਾਂ ਅਹੁਦਾ ਰਿਹਾ ਵੀ, ਤੇ ਉਸ ਤੋਂ ਬਾਅਦ ਜਿਹੜਾ ਸੀ ਉਹ ਫਿਰ ਪ੍ਰੋਵਿੰਸ ਦੀ ਪੋਲਿਟਿਕਸ ਚੱਲ ਗਿਆ।
ਅਲਬਰਟਾ ਤੋਂ ਆਉਂਦੇ ਸੀ, ਉੱਥੇ ਉਹਨਾਂ ਨੇ ਇੱਕ ਰੀਜਨਲ ਪਾਰਟੀ ਬਣਾਈ, ਇਲੈਕਸ਼ਨ ਲੜੇ ਅਤੇ ਉਹਨਾਂ ਦੀ ਸਰਕਾਰ ਬਣ ਗਈ। ਸੋ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ, ਜਿਹਨੂੰ ਸ਼ਾਰਟ ਦੇ ਵਿੱਚ UCP ਵੀ ਕਿਹਾ ਜਾਂਦਾ। ਸੋ ਹੁਣ ਗੱਲ ਇਹ ਹੋ ਰਹੀ ਹੈ ਕਿ ਕੋਵਿਡ ਨੂੰ ਜਿਸ ਤਰੀਕੇ ਨਾਲ ਅਲਬਰਟਾ 'ਚ ਨਜਿੱਠਿਆ, ਜਿਸ ਤਰੀਕੇ ਨਾਲ ਇਸ ਵਕਤ ਚੌਥੀ ਵੇਵ ਉੱਥੇ ਨੁਕਸਾਨ ਕਰ ਰਹੀ ਆ, ਉਹਨੇ ਜੈਸਨ ਕੈਨੀ ਉਹਦੀ ਜਿਹੜੀ ਪ੍ਰਸ਼ਾਸਨਿਕ ਜਿਹੜੀ ਆ ਉਹਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਆ, ਉਹਨਾਂ ਦੀ ਸਰਕਾਰ ਤੇ ਕਾਫੀ ਸਵਾਲ ਖੜੇ ਕੀਤੇ ਆ, ਉਹਨਾਂ ਦੀ ਲਿਆਕਤ ਤੇ ਬੜੇ ਸਵਾਲ ਖੜੇ ਕੀਤੇ ਆ ਜਿਸ ਤਰੀਕੇ ਨਾਲ ਨਜਿੱਠਿਆ ਗਿਆ। ਕਿਉਂਕਿ ਜੇਕਰ ਆਪਾਂ ਪਿਛਲੇ 24 ਘੰਟਿਆਂ ਦੌਰਾਨ ਵੀ ਦੇਖ ਲਈਏ ਤਾਂ ਹੋਰ 18 ਲੋਕਾਂ ਦੀ ਮੌਤ ਜਿਹੜੀ ਇਸ ਵਕਤ ਉੱਥੇ ਹੋਈ ਆ। ਸੋ ਇਹ ਤੋਂ ਲੈ ਕੇ ਜਿਹੜੇ ਆ ਪਹਿਲਾਂ ਵੀ 2-3 ਜਿਹੜੇ ਵਿਧਾਇਕ ਆ ਸਵਾਲ ਚੁੱਕ ਚੁੱਕੇ ਨੇ ਕਿ ਜੋ ਅਪਰੋਚ ਆ ਜੋ ਜੈਸਨ ਕੈਨੀ ਦੀ ਉਹ ਠੀਕ ਉਹਨਾਂ ਨੂੰ ਨਹੀਂ ਲੱਗ ਰਹੀ। ਸੋ ਹੁਣ ਇੱਕ ਹੋਰ ਜਿਹੜੀ ਮਹਿਲਾ ਵਿਧਾਇਕ ਆ ਉਹਨਾਂ ਵੱਲੋਂ ਇੱਕ ਕਿਹਾ ਗਿਆ ਕਿ ਉਹਨਾਂ ਨੂੰ ਆਪਣੇ ਪ੍ਰੀਮੀਅਰ ਉੱਤੇ ਕੋਈ ਬਹੁਤਾ ਕੌਨਫੀਡੈਂਸ ਨਹੀਂ ਆ ਹੁਣ ਇਸ ਵਕਤ। ਔਰ ਇਹਦੇ ਨਾਲ ਹੀ ਇੱਕ ਹੋਰ ਸੀਨੀਅਰ ਮੈਂਬਰ ਜਿਹੜੇ ਸੀਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਰਿਵਿਊ ਜਿਹੜੀ ਲੀਡਰਸ਼ਿਪ ਰਿਵਿਊ ਕਰਨਾ ਚਾਹੀਦਾ ਆ ਸਮੇਂ ਤੋਂ ਪਹਿਲਾਂ ਜੈਸਨ ਕੈਨੀ ਬਾਰੇ। ਸੋ ਉਹ ਇੱਕ ਜਿਹੜੀ ਆ ਉਹਨਾਂ ਨੇ ਸ਼ਾਇਦ ਪਬਲਿਕ ਤੌਰ ਤੇ ਗੱਲ ਆਖ ਦਿੱਤੀ ਸੀ ਜਾਂ ਉਹਨਾਂ ਦਾ ਲੈਟਰ ਪਬਲਿਕ ਹੋ ਗਿਆ। ਸੋ ਇਸ ਕਰਕੇ ਉਹਨਾਂ ਨੂੰ ਪਾਰਟੀ ਵਿੱਚੋਂ ਜਿਹੜਾ ਕੱਢ ਦਿੱਤਾ ਗਿਆ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਤੇ ਜਿਹੜੇ ਪਾਰਟੀ ਦੇ ਬੋਰਡ ਆਫ ਡਾਇਰੈਕਟਰਸ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇੱਕ ਪਾਰਟੀ ਦੀ ਨੀਤੀ ਆ ਕਿ ਉਹਨਾਂ ਵੱਲੋਂ ਕੋਈ ਵੀ ਜੇਕਰ ਕੁਝ ਕੀਤਾ ਜਾਊਗਾ ਇਸ ਤਰੀਕੇ ਦੀ ਮੰਗ ਤਾਂ ਉਹਨੂੰ ਪਾਰਟੀ ਦੇ ਅੰਦਰ ਜਿਹੜੀ ਆ ਰੱਖਿਆ ਜਾਊਗਾ, ਉਹਨੂੰ ਪ੍ਰਾਈਵੇਸੀ ਐਕਟ ਦੀ ਜਿਹੜੀ ਉਲੰਘਣਾ ਮੰਨਿਆ ਗਿਆ ਪਾਰਟੀ ਦੀ। ਸੋ ਇਸ ਕਰਕੇ ਉਹਨਾਂ ਨੂੰ ਵੀ ਪਾਰਟੀ ਤੋਂ ਕੱਢ ਦਿੱਤਾ ਗਿਆ। ਪਰ ਇੰਨਾ ਜ਼ਰੂਰ ਹੈ ਕਿ ਜੈਸਨ ਕੈਨੀ ਜਿਹੜੇ ਆ ਅੱਜ ਮੀਡੀਆ ਦੇ ਰੂਬਰੂ ਵੀ ਹੋਏ ਆ, ਉਹਨਾਂ ਨੇ ਹਾਲਾਤ ਜਿਹੜੇ ਆ ਉਹ ਦੱਸੇ ਨੇ ਕਿ ਇਸ ਵਕਤ ਕੀ ਨੇ। ਪਰ ਇਸ ਵਕਤ ICU ਵਿੱਚ ਜਿਹੜੇ ਰਿਕਾਰਡ ਤੋੜ ਜਿਹੜੇ ਲੋਕ ਉੱਥੇ ਪਏ ਹੋਏ ਨੇ, ਜੋ ਕੱਲ ਦੀ ਅਪਡੇਟ ਆਈ ਸੀ ਉਹਦੇ ਵਿੱਚ ਇਹ ਸੀਗਾ ਕਿ 312 ਲੋਕ ਜਿਹੜੇ ਨੇ ਇਸ ਵਕਤ ICU ਵਿੱਚ ਨੇ। ਸੋ ਇੱਥੇ ਆਪਾਂ ਦਰਸ਼ਕਾਂ ਨਾਲ ਕੁਝ ਹੋਰ ਵੀ ਜਿਹੜਾ ਸਾਂਝਾ ਕਰ ਦਿੰਦੇ ਆ ਇੰਦਰਪ੍ਰੀਤ, ਕਿ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨੇ ਜੋ ਵੈਕਸੀਨੇਸ਼ਨ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਚੋਂ ਹੁਣ ਕੁਝ ਜਿਹੜੇ ਆ ਜਦੋਂ ਹੁਣ ਇਸ ਵਕਤ ਉਹ ਡੈਲਟਾ ਵੇਰੀਐਂਟ ਦੇ ਸ਼ਿਕਾਰ ਹੋਏ, ਕੋਵਿਡ ਦੇ ਸ਼ਿਕਾਰ ਹੋਏ, ਇਸ ਵਕਤ ਉਹ ICU ਵਿੱਚ ਪਏ ਹੋਏ ਨੇ। ਹੁਣ ਜਦੋਂ ਉਹਨਾਂ ਨੇ ਸਾਰੇ ਇਸ ਵਿੱਚੋਂ ਲੰਘੇ ਨੇ, ਜਦੋਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਖੁਦ ਕੋਵਿਡ ਦਾ, ਜਦੋਂ ਇਹ ਦੁੱਖ ਹਟਾਉਣਾ ਪਿਆ ਔਰ ਇਸ ਵਕਤ ICU ਵਿੱਚ ਪਏ ਨੇ, ਤਾਂ ਹੁਣ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਵੈਕਸੀਨ ਲਗਵਾ ਲਓ। ਅਸੀਂ ਗਲਤੀ ਕੀਤੀ ਆ, ਵੈਕਸੀਨ ਦਾ ਵਿਰੋਧ ਕਰਕੇ ਗਲਤੀ ਕੀਤੀ ਆ, ਵੈਕਸੀਨ ਨਾ ਲਗਵਾ ਕੇ ਗਲਤੀ ਕੀਤੀ ਆ। ਸੋ ਹੁਣ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਵੈਕਸੀਨ ਜਿਹੜੀ ਆ ਉਹ ਜ਼ਰੂਰ ਲਵਾਓ। ਔਰ ਉਹਨਾਂ ਨੇ ਆਪਣੀ ਗਲਤੀ ਉੱਤੇ ਵੀ ਪਛਤਾਵਾ ਕੀਤਾ ਆ। ਸੋ ਇਹ ਵੀ ਇੱਕ ਜਿਹੜਾ ਸੁਨੇਹਾ ਹੁਣ ਦਿੱਤਾ ਜਾ ਰਿਹਾ ਉਹਨਾਂ ਲੋਕਾਂ ਵੱਲੋਂ। ਜੀ ਮਨਦੀਪ ਜੀ, ਇੱਕ ਚੀਜ਼ ਹੋਰ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਦੇ ਵਿੱਚ 80% ਤੋਂ ਵੱਧ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ, ਜਾਨੀ ਕਿ ਉਹਨਾਂ ਵੱਲੋਂ ਕਰੋਨਾ ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕਰ ਲਏ ਗਏ ਨੇ। ਸੋ ਕਿਤੇ ਨਾ ਕਿਤੇ ਜਿਹੜੇ ਪ੍ਰੋਵਿੰਸਸ ਦੇ ਵੱਲੋਂ ਵੀ ਐਲਾਨ ਕੀਤੇ ਜਾ ਰਹੇ ਸੀ ਉਸ ਦਾ ਵੀ ਫਾਇਦਾ ਇਸ ਦੇ ਵਿੱਚ ਮੰਨਿਆ ਜਾ ਰਿਹਾ ਕਿ ਹੋਇਆ। ਜੀ ਮਨਦੀਪ ਜੀ, ਇਸ ਦੇ ਬਾਰੇ ਕੀ ਵਿਚਾਰ ਨੇ ਕਿ ਵੱਡੇ ਪੱਧਰ ਦੇ ਉੱਪਰ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਵੀ ਲੱਗ ਚੁੱਕੇ ਨੇ ਤੇ ਉਸ ਤੋਂ ਬਾਅਦ ਪ੍ਰੋਵਿੰਸਸ ਦੇ ਵਿੱਚ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਬਿਲਕੁਲ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਤਾਂ ਬੇਸਬਰੀ ਨਾਲ ਵੈਕਸੀਨ ਜਿਹੜੇ ਉਡੀਕ ਰਹੇ ਸੀ। ਇੱਥੇ ਸਰੀ ਦੇ ਵਿੱਚ ਅਸੀਂ ਖੁਦ ਦੇਖਿਆ ਕਿ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਜਿਹੜੀਆਂ ਪਾਰਕਾਂ 'ਚ ਲੱਗੀਆਂ ਜਦੋਂ ਕਿਤੇ ਵਾਕਿੰਗ ਜਿਹੜੇ ਉਹ ਕੈਂਪ ਲੱਗਦੇ ਸੀਗੇ। ਸੋ ਵੱਡੀ ਪੱਧਰ ਤੇ ਲੋਕਾਂ ਨੇ ਆਪਣੇ ਆਪ ਹੀ ਕੈਨੇਡਾ ਦੇ ਵਿੱਚ ਵੈਕਸੀਨ ਲਵਾ ਲਈ ਸੀ। ਪਰ ਕੁਝ ਪ੍ਰੋਵਿੰਸਸ ਦੇ ਵਿੱਚ ਇਹ ਵੈਕਸੀਨੇਸ਼ਨ ਜਿਹੜਾ ਰੇਟ ਸੀ ਉਹ ਲੋ ਸੀਗਾ, ਜਿਵੇਂ ਅਲਬਰਟਾ ਦੀ ਇਸ ਵਕਤ ਮਿਸਾਲ ਦਿੱਤੀ ਜਾ ਰਹੀ ਆ। ਸਸਕੈਚੁਅਨ ਦੇ ਵਿੱਚ ਵੀ ਕਿਤੇ ਨਾ ਕਿਤੇ ਕੁਝ ਲੋਕ ਵਿਰੋਧ ਕਰ ਰਹੇ ਸੀਗੇ। ਹਾਲਾਂਕਿ ਸਾਰੇ ਸੂਬਿਆਂ ਵਿੱਚ ਵੀ, ਇੱਥੇ BC ਵਿੱਚ ਵੀ ਜਿਹੜੇ ਹਾਲਾਂਕਿ 88% ਲੋਕਾਂ ਨੂੰ ਪਹਿਲੀ ਡੋਜ਼ ਇੱਥੇ ਲੱਗ ਚੁੱਕੀ ਆ, 88% ਤੋਂ ਵੱਧ ਲੋਕ ਜਿਹੜੇ ਲਵਾ ਚੁੱਕੇ ਨੇ, ਪਰ ਫਿਰ ਵੀ ਵਿਰੋਧ ਕਰਨ ਵਾਲੇ ਲੋਕ ਵੀ ਹੈਗੇ ਨੇ। ਸੋ ਹੁਣ ਕਿਉਂਕਿ ਇਹਦੇ ਬਾਵਜੂਦ ਵੀ BC 'ਚ ਕਾਫੀ ਕੇਸ ਆ ਰਹੇ ਨੇ, ਕੈਨੇਡਾ 'ਚ ਵੀ ਆ ਰਹੇ ਨੇ, ਮੌਤਾਂ ਵੀ ਹੋ ਰਹੀਆਂ ਨੇ, ਡੈਲਟਾ ਵੇਰੀਐਂਟ ਜਿਹੜਾ ਵਾ ਸਾਹਮਣੇ ਆ ਰਿਹਾ। ਤੇ ਮਾਹਰਾਂ ਦਾ ਕਹਿਣਾ ਇਹ ਹੈ ਕਿ ਬਹੁਤ ਘੱਟ ਇਸ ਤਰੀਕੇ ਦੇ ਕੇਸ ਆ ਰਹੇ ਆ ਕਿ ਜਿਨ੍ਹਾਂ ਦੇ ਵੈਕਸੀਨ ਵੀ ਲੱਗੀ ਹੋਵੇ ਤਾਂ ਫਿਰ ਵੀ ਉਹਨਾਂ ਨੂੰ ਕੋਵਿਡ ਹੋਵੇ। ਪਰ ਇੰਨਾ ਜ਼ਰੂਰ ਹੈ ਕਿ ਫਿਰ ਉਹਨਾਂ ਦੀ ਜਾਨ ਜਾਣ ਦਾ ਖਤਰਾ ਬਹੁਤ ਘੱਟ ਜਾਂਦਾ ਆ। ਪਰ ਇਹਦੇ ਬਾਵਜੂਦ ਜਿਨ੍ਹਾਂ ਦੇ ਵੈਕਸੀਨ ਹਲੇ ਤੱਕ ਨਹੀਂ ਲੱਗੀ ਉਹਨਾਂ ਦੀ ਜਿਹੜੀ ਜਾਨ ਜਾਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸੋ ਬਹੁਤੀਆਂ ਮੌਤਾਂ ਵੀ ਉਧਰ ਹੀ ਹੋ ਰਹੀਆਂ ਨੇ ਜਿਨ੍ਹਾਂ ਨੇ ਵੈਕਸੀਨ ਹੁਣ ਤੱਕ ਨਹੀਂ ਲਗਵਾਈ ਸੀ। ਸੋ ਇਸ ਕਰਕੇ ਲਗਾਤਾਰ ਵੈਕਸੀਨ ਦਾ ਜਿਹੜਾ ਉਹ ਇੱਕ ਜਿਹੜੇ ਲੋਕ ਬਚ ਗਏ ਨੇ, ਇਹ ਵੀ ਇੱਕ ਹੁਣ ਧਾਰਨਾ ਬਣੀ ਹੋਈ ਆ ਕਿ ਉਹ ਲੋਕ ਖਤਰਨਾਕ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ, ਕਿਉਂਕਿ ਉਹਨਾਂ ਨੂੰ ਕੋਵਿਡ ਹੋਵੇਗਾ, ਉਹਨਾਂ ਤੋਂ ਫਿਰ ਅੱਗੇ ਹੋਰ ਤਾਂ ਲੋਕਾਂ ਨੂੰ ਹੋਵੇਗਾ। ਸੋ ਹੁਣ ਉਹ ਲੋਕ ਬਿਮਾਰੀ ਕੈਰੀ ਕਰ ਸਕਦੇ ਨੇ। ਇਸ ਕਰਕੇ ਫੈਡਰਲ ਸਰਕਾਰ ਵੱਲੋਂ ਵੀ ਅੱਜ ਕਿਹਾ ਗਿਆ ਜਸਟਿਨ ਟਰੂਡੋ ਵੱਲੋਂ ਕਿ ਉਹ ਵੀ ਆਪਣੇ ਪੱਧਰ ਉੱਤੇ ਕੰਮ ਕਰ ਰਿਹਾ ਕਿ ਇੰਟਰਨੈਸ਼ਨਲ ਟਰੈਵਲ ਲਈ ਜਿਹੜਾ ਵਾ ਵੈਕਸੀਨ ਪਾਸਪੋਰਟ ਲਾਗੂ ਕੀਤਾ ਜਾਵੇ। ਤੇ ਕਹਿੰਦੇ ਕੰਮ ਇਹ ਅੰਤਿਮ ਛੋਹਾਂ ਉੱਤੇ ਆ, ਜਲਦ ਐਲਾਨ ਇਹਦਾ ਹੋ ਸਕਦਾ ਆ। ਇਸੇ ਕਰਕੇ ਉਹਨਾਂ ਨੇ ਇਹ ਅਪੀਲ ਕੀਤੀ ਆ ਕਿ ਜੇਕਰ ਤੁਸੀਂ ਕਿਤੇ ਵਿਦੇਸ਼ ਯਾਤਰਾ ਕਰਨ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਵੈਕਸੀਨ ਲਗਵਾ ਲਓ। ਤੇ ਤੁਹਾਡੇ ਪਿੱਛੋਂ ਜੇਕਰ ਵੈਕਸੀਨ ਪਾਸਪੋਰਟ ਵਾਲਾ ਫੈਡਰਲ ਲੈਵਲ ਤੇ ਵੀ ਲਾਗੂ ਹੋ ਗਿਆ
ਕਿਉਂਕਿ ਹੁਣ ਤੱਕ ਤਾਂ ਪ੍ਰੋਵਿੰਸ ਲੈਵਲ ਤੇ ਹੋ ਰਿਹਾ, ਤਾਂ ਫਿਰ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਹਾਲੇ ਵੀ ਜਿਹੜੇ ਲੋਕਾਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ, ਖਾਸ ਕਰਕੇ ਜਿਹੜੇ ਵਿਦੇਸ਼ੀ ਸੈਲਾਨੀ ਆ ਰਹੇ ਨੇ, ਜਿਨ੍ਹਾਂ ਨੂੰ 7 ਸਤੰਬਰ ਤੋਂ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਜਾਂ ਹੁਣ ਭਾਰਤ ਤੋਂ 27 ਤਰੀਕ ਤੋਂ ਫਲਾਈਟਾਂ ਸ਼ੁਰੂ ਹੋਈਆਂ ਨੇ, ਉਹਨਾਂ ਦੇ ਵੀ ਵੈਕਸੀਨ ਦੇਖ ਕੇ ਹੀ ਉਹਨਾਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ। ਸੋ ਇਹ ਕੈਨੇਡੀਅਨ ਨਾਗਰਿਕਾਂ ਲਈ ਵੀ ਹੋ ਸਕਦਾ, ਹੋਰਨਾਂ ਲਈ ਵੀ ਹੋ ਸਕਦਾ। ਸੋ ਇਸ ਕਰਕੇ ਵੈਕਸੀਨ ਲਗਵਾਉਣ ਦੀ ਲਗਾਤਾਰ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਵੀ, ਤੇ ਸਰਕਾਰ ਦੀ ਕੋਸ਼ਿਸ਼ ਇਹ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਵਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਜੀ ਸੋ ਮਨਦੀਪ ਜੀ, ਐਲਬਰਟਾ ਦੇ ਵਿੱਚ ਇੱਕ ਪਾਰਟੀ ਮੈਂਬਰ ਨੂੰ ਵੀ ਬਾਹਰ ਕੱਢਿਆ ਗਿਆ, ਉਸ ਦਾ ਕੀ ਕਾਰਨ ਸੀ? ਕਿਉਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ? ਜੀ ਬਿਲਕੁਲ, ਜਿਸ ਤਰੀਕੇ ਨਾਲ ਪਹਿਲਾਂ ਆਪਾਂ ਚਰਚਾ ਕਰਕੇ ਹਟੇ ਇਸ ਖਬਰ ਉੱਤੇ ਵੀ ਕਿ ਉਹਨਾਂ ਨੇ ਵੀ ਜੈਸਨ ਕੈਨੀ ਦੀ ਲੀਡਰਸ਼ਿਪ ਰਿਵਿਊ ਦੀ ਮੰਗ ਕੀਤੀ ਸੀ। ਸੋ ਇਸ ਕਰਕੇ ਉਹ ਜਿਹੜੀ ਗੱਲ ਸੀ ਪਬਲਿਕ ਵਿੱਚ ਆ ਗਈ, ਔਰ ਮੰਨਿਆ ਇਹ ਗਿਆ ਕਿ ਸ਼ਾਇਦ ਉਹਨਾਂ ਵੱਲੋਂ ਹੀ ਪਬਲਿਕ ਕੀਤੀ ਗਈ ਆ। ਸੋ ਫਿਰ ਇਹ ਕਿਹਾ ਗਿਆ ਕਿ ਇਹ ਜਿਹੜੀ ਆ ਪਾਰਟੀ ਦੀ ਜੋ ਪ੍ਰਾਈਵੇਸੀ ਐਕਟ ਆ ਜਾਂ ਜੋ ਪਾਰਟੀ ਦੀਆਂ ਨੀਤੀਆਂ ਨੇ ਉਹਦੇ ਖਿਲਾਫ ਗੱਲ ਗਈ ਆ ਕਿ ਜਿਹੜੀ ਗੱਲ ਤੁਸੀਂ ਕਰਨੀ ਆ ਉਹ ਫ੍ਰੀ ਹੋ ਕੇ ਤੁਸੀਂ ਪਾਰਟੀ ਦੇ ਅੰਦਰ ਜ਼ਰੂਰ ਕਰ ਸਕਦੇ ਹੋ, ਪਰ ਇਸ ਤਰੀਕੇ ਨਾਲ ਪਬਲਿਕ ਤੌਰ ਤੇ ਤੁਸੀਂ ਇਸ ਤਰੀਕੇ ਨਾਲ ਸਵਾਲ ਨਹੀਂ ਚੁੱਕ ਸਕਦੇ। ਸੋ ਇਸ ਕਰਕੇ ਜਿਹੜਾ ਉਹ ਸੀਨੀਅਰ ਮੈਂਬਰ ਸੀ ਪਾਰਟੀ ਦਾ, ਉਹਨੂੰ ਜਿਹੜਾ ਸੀ ਉਹ ਉਹਦੇ ਅਹੁਦੇ ਤੋਂ ਜਿਹੜਾ ਬਰਖਾਸਤ ਕਰ ਦਿੱਤਾ ਗਿਆ। ਜੀ ਸੋ ਮਨਦੀਪ ਜੀ, ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਜਿਹੜੀ ਐਮਐਲਏ ਉਸ ਦੇ ਨਾਮ ਦੇ ਉੱਪਰ ਝੂਠੀ ਚਿੱਠੀ ਜਾਰੀ ਹੋਈ ਹੈ। ਕੀ ਹੈ ਪੂਰਾ ਮਾਮਲਾ? ਕਿਸ ਤਰ੍ਹਾਂ ਦੀ ਚਿੱਠੀ ਜਿਹੜੀ ਹੈ ਸਾਹਮਣੇ ਆਈ ਹੈ ਜੋ ਇਹ ਮਾਮਲਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ? ਬਿਲਕੁਲ, ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ ਦਾ ਜੀ, ਜਿੱਥੋਂ ਬ੍ਰਿਟਿਸ਼ ਕੋਲੰਬੀਆ ਦੇ ਨਾਰਥਨ ਜਿਹੜਾ ਵਾ ਏਰੀਏ ਦੇ ਵਿੱਚੋਂ ਇੱਕ ਐਮਐਲਏ ਨੇ ਲਿਬਰਲ ਪਾਰਟੀ ਦੇ, ਉਹਨਾਂ ਦੇ ਨਾਂ ਉੱਤੇ ਇੱਕ ਫੇਕ ਚਿੱਠੀ ਜਿਹੜੀ ਉਹ ਜਾਰੀ ਕੀਤੀ ਗਈ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਐਮਐਲਏ ਆਪਣੇ ਵੱਲੋਂ ਅਪੀਲ ਕਰਦੇ ਆ ਕਿ ਜਿਹੜੀ ਆ ਵੈਕਸੀਨ ਜਿਹੜੀ ਉਹ ਨਾ ਲਗਵਾਈ ਜਾਵੇ। ਸੋ ਜਦੋਂ ਐਮਐਲਏ ਨੂੰ ਖੁਦ ਪਤਾ ਲੱਗਿਆ, ਉਹ ਵੀ ਕਿਸੇ ਡਾਕਟਰ ਤੋਂ ਪਤਾ ਲੱਗਿਆ, ਕਹਿੰਦੇ ਵੀ ਉਹ ਡਾਕਟਰ ਕੋਲ ਜਦੋਂ ਐਮਐਲਏ ਗਿਆ ਤਾਂ ਡਾਕਟਰ ਨੇ ਦੱਸਿਆ ਵੀ ਆ ਚਿੱਠੀ ਮੇਰੇ ਕੋਲ ਆਈ ਸੀ ਤੁਹਾਡੇ ਨਾਮ ਦੀ, ਤਾਂ ਬੜੀ ਹੈਰਾਨੀ ਹੋਈ। ਉਹ ਕਹਿੰਦੇ ਵੀ ਮੈਂ ਤਾਂ ਕੋਈ ਇਹੋ ਜਿਹੀ ਚਿੱਠੀ ਜਾਰੀ ਕੀਤੀ ਨਹੀਂ, ਸਗੋਂ ਉਹ ਤਾਂ ਵੈਕਸੀਨ ਦੇ ਹੱਕ ਵਿੱਚ ਨੇ। ਔਰ ਇਹ ਵੀ ਕਹਿ ਰਹੇ ਨੇ ਕਿ ਵੈਕਸੀਨ ਨਾ ਲਗਵਾਉਣ ਕਰਕੇ ਜਿਹੜਾ ਸਿਹਤ ਕੰਮ ਹੈ ਉੱਤੋਂ ਬਹੁਤ ਜ਼ਿਆਦਾ ਬੋਝ ਪੈ ਰਿਹਾ। ਇੱਕ ਵਾਰੀ ਫੇਰ ਹਸਪਤਾਲਾਂ ਵਿੱਚ ਜਿਹੜਾ ਉਹ ਰਸ਼ ਵੱਧ ਰਿਹਾ ਵਾ ਤੇ ਸਰਜਰੀਆਂ ਦਾ ਬੈਕਲੌਗ ਹੀ ਵੱਧ ਰਿਹਾ। ਸੋ ਇਸ ਮਾਮਲੇ ਦੀ ਨਿਖੇਧੀ ਕੀਤੀ ਜਾ ਰਹੀ ਆ ਤੇ ਪਤਾ ਲਾਇਆ ਜਾ ਰਿਹਾ ਵੀ ਇਹ ਜਿਹੜੀ ਫੇਕ ਚਿੱਠੀ ਆ ਇਹ ਕਿਵੇਂ ਸਾਹਮਣੇ ਆਈ, ਕਿੱਧਰੋਂ ਜਾਰੀ ਹੋਈ। ਤੇ ਪਰ ਜਿਹੜੇ ਐਮਐਲਏ ਨੇ ਲਿਬਰਲ ਪਾਰਟੀ ਦੇ ਦੱਸੇ ਜਾ ਰਹੇ ਨੇ, ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਆ ਕਿ ਉਹਨਾਂ ਦੇ ਨਾਮ ਤੇ ਕੋਈ ਇਸ ਤਰੀਕੇ ਦੀ ਫੇਕ ਚਿੱਠੀ ਜਾਰੀ ਕੀਤੀ ਗਈ ਹੈ। ਜੀ ਸੋ ਮਨਦੀਪ ਜੀ, ਇੱਕ ਹੋਰ ਖਬਰ ਬੇहद ਖਾਸ ਸਾਹਮਣੇ ਆਈ ਹੈ। ਵੱਖ-ਵੱਖ ਸੂਬਿਆਂ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਲਿਆਂਦਾ ਗਿਆ, ਪਰ ਜਿਹੇ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਪ੍ਰਾਈਵੇਟ ਅਜਿਹੀ ਇੱਕ ਵੈਬਸਾਈਟ ਸੀ ਉਸ ਤੋਂ ਡਾਟਾ ਜਿਹੜਾ ਹੈ ਉਹ ਲੀਕ ਹੋਇਆ ਹੈ। ਇਹ ਜੋ ਮਾਮਲਾ ਸਾਹਮਣੇ ਆਇਆ, ਇਸ ਦੇ ਬਾਰੇ ਕੀ ਵਿਚਾਰ ਹੈ? ਬਿਲਕੁਲ, ਇਹ ਜਿਹੜਾ ਮਾਮਲਾ ਇਹ ਵੀ ਅਲਬਰਟਾ ਤੋਂ ਸਾਹਮਣੇ ਆਇਆ, ਕਿਉਂਕਿ ਹੁਣ ਤਾਂ ਵੈਸੇ ਜਿਹੜੀਆਂ ਵਾ ਖਾਸ ਕਰਕੇ ਜੇਕਰ ਆਪਾਂ BC ਦੀ ਗੱਲ ਕਰੀਏ ਤਾਂ ਖੁਦ ਸਰਕਾਰ ਵੱਲੋਂ ਐਪ ਬਣਾ ਕੇ ਦਿੱਤੀ ਗਈ ਹੈ ਲੋਕਾਂ ਨੂੰ, ਉਹਦੇ ਉੱਤੇ ਵੈਕਸੀਨ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਆ ਉਹ ਦਿੱਤਾ ਜਾ ਰਿਹਾ। ਔਰ ਇਹ ਇੱਕ ਪ੍ਰਾਈਵੇਟ ਐਪ ਸੀਗੀ ਜੋ ਕਿ ਅਲਬਰਟਾ ਦੇ ਵਿੱਚ ਮਾਮਲਾ ਸਾਹਮਣੇ ਆਇਆ। CBC ਵੱਲੋਂ ਇਹ ਮਾਮਲਾ ਸਾਹਮਣੇ ਲਿਆਂਦਾ ਗਿਆ, ਜੋ ਇੱਥੋਂ ਦਾ ਇੱਕ ਵੱਡਾ ਮੀਡੀਆ ਅਦਾਰਾ ਆ। ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਉੱਤੇ ਜਿਹੜਾ ਡਾਟਾ ਲੋਕਾਂ ਦਾ ਲਿਆ ਜਾ ਰਿਹਾ, ਉਹਨਾਂ ਦੀ ਤਸਵੀਰ ਲਈ ਜਾ ਰਹੀ ਆ, ਉਹਨਾਂ ਦੇ ਜਨਮ ਤਰੀਕ ਲਈ ਜਾ ਰਹੀ ਆ, ਉਹਨਾਂ ਦੇ ਲਾਇਸੈਂਸ ਨੰਬਰ ਜਿਹੜੇ ਆ ID ਦੇ ਤੌਰ ਤੇ ਲਿਆ ਜਾ ਰਿਹਾ। ਸੋ ਸਾਰੀਆਂ ਚੀਜ਼ਾਂ ਉਹਨਾਂ ਵੱਲੋਂ ਜਿਹੜੀ ਆ ਉੱਤੇ ਲਈ ਜਾ ਰਿਹਾ। ਪਰ ਕਹਿੰਦੇ ਵੀ ਉਸ ਐਪ ਦੇ ਵਿੱਚ ਜਿਹੜਾ ਡਾਟਾ ਬਰੀਚ ਕਰਨਾ ਬਹੁਤ ਸੌਖਾ ਆ, ਉਹਨੂੰ ਆਸਾਨੀ ਨਾਲ ਮੈਨੂਪੂਲੇਟ ਕੀਤਾ ਜਾ ਸਕਦਾ ਆ। ਸੋ ਇਸ ਸੰਬੰਧੀ ਉਹਨਾਂ ਨੇ ਕੁਝ ਸਬੂਤ ਵੀ ਪੇਸ਼ ਕੀਤੇ ਨੇ। ਸੋ ਹਾਲਾਂਕਿ ਅਲਬਰਟਾ ਦੇ ਵਿੱਚ ਪ੍ਰੋਵਿੰਸ ਵੱਲੋਂ ਕੋਈ ਇਸ ਤਰੀਕੇ ਦੀ ਐਪ ਜਾਰੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਜਾ ਰਹੀ, ਇਹਦੇ ਸੰਬੰਧੀ ਜਾਣਕਾਰੀ ਤਾਂ ਖੈਰ ਨਹੀਂ ਆ। ਉਹ ਐਪ ਤਾਂ ਵੈਸੇ ਸਰਕਾਰਾਂ ਵੱਲੋਂ ਜਿਹੜਾ ਸਾਰਾ ਕੁਝ ਆਪਣੇ ਤੌਰ ਤੇ ਸਿਸਟਮ ਲਾਗੂ ਕੀਤਾ ਜਾ ਰਿਹਾ, ਪਰ ਜਿਹੜੀ ਪ੍ਰਾਈਵੇਟ ਐਪ ਆ ਇਹਦੇ ਸੰਬੰਧੀ ਜਿਹੜਾ ਵਾ ਸ਼ੰਕੇ ਜ਼ਰੂਰ ਖੜੇ ਹੋਏ ਨੇ। ਤੇ ਇਸ ਸੰਬੰਧੀ ਜਿਹੜਾ ਇਸ ਵੱਡਾ ਮੀਡੀਆ ਅਦਾਰਾ ਆ ਉਹਦੇ ਵੱਲੋਂ ਪਰਦਾਫਾਸ਼ ਕੀਤਾ ਗਿਆ ਕਿ ਉੱਥੇ ਤੁਹਾਡੀ ਜਿਹੜੀ ਨਿੱਜੀ ਜਾਣਕਾਰੀ ਆ ਉਹ ਲੀਕ ਆਸਾਨੀ ਨਾਲ ਹੋ ਸਕਦੀ ਆ। ਜੀ ਸੋ ਮਨਦੀਪ ਜੀ, ਵੈਸੇ ਤਾਂ ਕਈ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਕੁਝ ਹਿੱਸਿਆਂ ਦੇ ਵਾਸਤੇ ਮੁੜ ਤੋਂ ਸਖਤੀਆਂ ਦਾ ਐਲਾਨ ਕੀਤਾ ਗਿਆ। ਕਿਹੜੀਆਂ ਪਾਬੰਦੀਆਂ ਤੇ ਕਿਸ ਜਗ੍ਹਾ ਦੇ ਉੱਪਰ ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਮੁੜ ਤੋਂ ਸਖਤੀ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਲਗਾਤਾਰ BC ਵਿੱਚ ਵੀ ਕੇਸ ਜਿਹੜੇ ਆ ਕਾਫੀ ਸਾਹਮਣੇ ਆ ਰਹੇ ਆ। ਅਸੀਂ ਕਈ ਨਾ ਤੋਂ ਦਰਸ਼ਕਾਂ ਨੂੰ ਲਗਾਤਾਰ ਅਪਡੇਟ ਦਿੰਦੇ ਆ ਰਹੇ ਆ। ਤੇ ਕੱਲ ਅਸੀਂ ਅਪਡੇਟ ਦਿੱਤੀ ਸੀ ਕਿ ਬੀਤੇ ਜਿਹੜੇ ਦਿਨਾਂ ਦੇ ਵਿੱਚ ਲਗਭਗ 18 ਮੌਤਾਂ ਜਿਹੜੀਆਂ ਹੋਈਆਂ ਸੀ। ਹਾਲਾਂਕਿ ਅੱਜ ਦੀ ਅਪਡੇਟ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਆ, ਪਰ ਅੱਜ ਜਿਹੜੀ ਆ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤੇ ਮਹਿਜ ਸਿਰਫ ਇੱਕ ਇਲਾਕੇ ਦੇ ਨੇ ਜੋ ਕਿ ਖਾਸ ਕਰਕੇ ਫਰੇਜ਼ਰ ਵੈਲੀ ਵਿੱਚ ਪੈਂਦੇ ਨੇ, ਜਿੱਥੇ ਵੈਕਸੀਨੇਸ਼ਨ ਰੇਟ ਜਿਹੜਾ ਵਾ ਉਹ ਕਾਫੀ ਘੱਟ ਆ, ਜਿਹਦੇ ਵਿੱਚ
ਮਿਸ਼ਨ ਸ਼ਹਿਰ ਆਉਂਦਾ ਆ, ਐਪਸਪੋਰਟ ਦਾ ਇਲਾਕਾ ਆਉਂਦਾ ਆ, ਹੋਪ ਦਾ ਇਲਾਕਾ ਆਉਂਦਾ ਆ, ਹੋਪ ਸ਼ਹਿਰ ਜੋ ਕਿ ਇੱਥੇ ਥੱਲੇ ਨੂੰ ਨਾਰਥਰਨ ਏਰੀਆ ਵੱਲੋਂ ਸਾਰੇ ਪੈਂਦੇ ਆ, ਚਿਲਾਵੈਕ ਆਉਂਦਾ ਆ। ਸੋ ਇਸ ਤਰੀਕੇ ਨਾਲ ਹੈਰਿਸਨ ਤੱਕ ਜਿਹੜੇ ਆ ਇਹ ਇਲਾਕੇ ਸ਼ਾਮਲ ਕੀਤੇ ਗਏ ਆ, ਜਿੱਥੇ ਇੱਕ ਗੈਦਰਿੰਗਸ ਉੱਤੇ ਜਿਹੜੀਆਂ ਉਹ ਪਾਬੰਦੀ ਲਾਈ ਗਈ ਹੈ। ਜਿਵੇਂ ਪਹਿਲਾਂ ਸੀ ਕਿ 5 ਬੰਦੇ ਇਨਡੋਰ, ਜੇ ਕੋਈ ਆਊਟਡੋਰ ਆ ਤਾਂ 10 ਬੰਦਿਆਂ ਦੀ ਗੈਦਰਿੰਗ ਹੋ ਸਕਦੀ ਆ। ਜੇ ਕੋਈ ਵਿਆਹ ਜਾਂ ਕੋਈ ਹੋਰ ਈਵੈਂਟ ਆ, ਜਿਸ ਤਰੀਕੇ ਦਾ ਕੋਈ ਕਾਨਫਰੰਸ ਆ, ਉਹਦੇ ਵਿੱਚ 50 ਬੰਦੇ ਜ਼ਰੂਰ ਹੋ ਸਕਦੇ ਆ, ਪਰ ਉਹ ਸਾਰੇ ਦੇ ਸਾਰੇ ਵੈਕਸੀਨੇਟਡ ਹੋਣੇ ਚਾਹੀਦੇ ਆ। ਸੋ ਇਸ ਤਰੀਕੇ ਦੀਆਂ ਜਿਹੜੀਆਂ ਪਾਬੰਦੀਆਂ ਉਹ ਇਸ ਪਾਸੇ ਲਾਈਆਂ ਜਾ ਰਹੀਆਂ ਨੇ। ਸੋ ਇਹਦੇ ਨਾਲ ਇੱਕ ਹੋਰ ਵੀ ਖਬਰ ਸੀ ਇੰਦਰਪ੍ਰੀਤ, ਕਿ ਅੰਟਾਰੀਓ ਤੋਂ ਜੋ ਸਾਹਮਣੇ ਆਈ ਸੀ ਕਿ ਇੱਕ ਡਾਕਟਰ ਦੇ ਵੱਲੋਂ ਜਿਹੜੀ ਆ ਉਹ ਗਲਤ ਤਰੀਕੇ ਨਾਲ ਜਿਹੜਾ ਵਾ, ਕਿਉਂਕਿ ਇੱਥੇ ਇੱਕ ਇਹ ਵੀ ਕਾਨੂੰਨ ਆ ਕਿ ਮੰਨ ਲਓ ਜੇਕਰ ਕੋਈ ਵਿਅਕਤੀ ਸੇਫ ਨਹੀਂਗਾ ਵੈਕਸੀਨ ਤੋਂ, ਜਾਂ ਕੋਈ ਪ੍ਰੋਬਲਮ ਹੋ ਸਕਦੀ ਆ, ਜਾਂ ਮਾਸਕ ਨਹੀਂ ਲਗਾ ਸਕਦਾ, ਕੋਈ ਇਸ ਤਰੀਕੇ ਦਾ ਕੋਈ ਮੈਡੀਕਲ ਕਾਰਨ ਆ, ਤਾਂ ਡਾਕਟਰ ਦੀ ਉਹਦੇ ਉੱਤੇ ਜਿਹੜੀ ਆ ਉਹ ਸਿਫਾਰਿਸ਼ ਜ਼ਰੂਰੀ ਆ। ਜੇਕਰ ਡਾਕਟਰ ਤੁਹਾਨੂੰ ਕਹਿ ਦਿੰਦਾ ਕਿ ਤੁਸੀਂ ਵੈਕਸੀਨ ਨਾ ਲਗਾਓ ਤਾਂ ਚੰਗੀ ਗੱਲ ਆ, ਜਾਂ ਤੁਸੀਂ ਮਾਸਕ ਨਹੀਂ ਪਾ ਸਕਦੇ, ਡਾਕਟਰ ਲਿਖ ਕੇ ਦੇ ਦਿੰਦਾ ਹੈ ਕਿ ਠੀਕ ਹੈ ਇਹਨੂੰ ਰਾਹਤ ਦਿੱਤੀ ਜਾਵੇ, ਤਾਂ ਉਹ ਜਿਹੜੀ ਆ ਮੰਨੀ ਜਾਂਦੀ ਆ। ਸੋ ਅੰਟਾਰੀਓ ਤੋਂ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਡਾਕਟਰ ਇਹੋ ਜਿਹੀਆਂ ਗਲਤ ਜਿਹੜੀਆਂ ਉਹ ਰਾਹਤ ਦੇ ਰਿਹਾ ਸੀ, ਐਗਜ਼ੈਂਪਸ਼ਨ ਆਪਣੇ ਕੋਲੋਂ ਬਣਾ ਕੇ ਗਲਤ ਤੌਰ ਤੇ ਦੇ ਰਿਹਾ ਸੀ। ਸੋ ਮਾਮਲਾ ਸਾਹਮਣੇ ਆਇਆ, ਤੇ ਜਦੋਂ ਫਿਰ ਉਸ ਡਾਕਟਰ ਦਾ ਟਵਿੱਟਰ ਚੈੱਕ ਕੀਤਾ ਗਿਆ ਤਾਂ ਇਹ ਵੀ ਪਤਾ ਲੱਗਾ ਕਿ ਉਹ ਮਾਸਕ ਵਿਰੋਧੀ, ਵੈਕਸੀਨ ਵਿਰੋਧੀ ਫਰੀडम ਰੈਲੀਆਂ ਦੇ ਵਿੱਚ ਵੀ ਸ਼ਾਮਲ ਹੁੰਦਾ ਰਿਹਾ। ਸੋ ਉਹਨੂੰ ਲੈ ਕੇ ਹੁਣ ਜਿਹੜਾ ਉੱਤੇ ਪਾਬੰਦੀ ਲਾਈ ਗਈ ਆ। ਸੋ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਜੀ ਸੋ ਮਨਦੀਪ ਜੀ, ਕਿਊਬੈਕ ਦੇ ਵੱਲੋਂ ਸਖਤੀ ਕੀਤੀ ਗਈ ਸੀ, ਕਹਿ ਰਹੇ ਸੀ ਕਿ ਹੈਲਥ ਕੇਅਰ ਵਰਕਰਸ ਜਿਹੜੇ ਨੇ ਅਕਤੂਬਰ ਤੋਂ ਪਹਿਲਾਂ ਵੈਕਸੀਨ ਦੀਆਂ ਜਿਹੜੀਆਂ 2 ਡੋਜ਼ ਨੇ ਉਹ ਹਾਸਿਲ ਕਰ ਲੈਣ, ਨਹੀਂ ਤਾਂ ਫਿਰ ਉਹਨਾਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਏਗਾ। ਅੱਜ ਜਾਣਕਾਰੀ ਸਾਹਮਣੇ ਆਈ ਹੈ ਕਿ 1000 ਤੋਂ ਵੱਧ ਅਜਿਹੇ ਹੈਲਥ ਕੇਅਰ ਦੇ ਨਾਲ ਜੁੜੇ ਹੋਏ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਨਹੀਂ ਲਗਵਾਏ ਗਏ, ਹੁਣ ਉਹਨਾਂ ਨੂੰ ਮੁਅੱਤਲ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਇਹਨਾਂ ਵਿੱਚੋਂ ਜ਼ਿਆਦਾਤਰ ਅਜਿਹੇ ਨੇ ਜਿਹੜੇ ਮਰੀਜ਼ਾਂ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਆਉਂਦੇ ਨੇ। ਜੀ ਬਿਲਕੁਲ ਜੀ, ਕਿਉਂਕਿ ਕਿਊਬੈਕ ਇਹੋ ਜਿਹਾ ਸੂਬਾ ਜਿਹਨੇ ਸਭ ਤੋਂ ਪਹਿਲਾਂ ਪ੍ਰੂਫ ਆਫ ਵੈਕਸੀਨੇਸ਼ਨ ਦਾ ਐਲਾਨ ਕੀਤਾ ਸੀਗਾ। ਸੋ ਇਸ ਮਾਮਲੇ ਨੂੰ ਲੈ ਕੇ ਕਿਊਬੈਕ ਕਾਫੀ ਸਖਤ ਹੈ ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਰੇਟ ਹੋਣਾ ਚਾਹੀਦਾ, ਔਰ ਖਾਸ ਕਰਕੇ ਜਿਹੜੇ ਹੈਲਥ ਵਰਕਰ ਨੇ, ਡਾਕਟਰ ਨੇ ਜਾਂ ਹੋਰ ਹੈਲਥ ਵਰਕਰ ਨੇ, ਇਹਨਾਂ ਨੂੰ ਤਾਂ ਵੈਸੇ ਵੀ ਜਿਹੜਾ ਵਾ ਉਹ ਹਾਈ ਰਿਸਕ ਦੇ ਵਿੱਚ ਰੱਖਿਆ ਗਿਆ ਸੀ। ਜਦੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਸੀ ਤਾਂ ਸਭ ਤੋਂ ਪਹਿਲਾਂ ਹਾਈ ਰਿਸਕ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦੇ ਵੈਕਸੀਨ ਲਗਾਈ ਜਾਂਦੀ ਸੀ, ਜਿਹਦੇ ਵਿੱਚ ਬਜ਼ੁਰਗ ਸੀਗੇ ਸ਼ਾਮਲ ਸੀਗੇ, ਜਾਂ ਜਿਹਦੇ ਵਿੱਚ ਉਹ ਲੋਕ ਸ਼ਾਮਲ ਸੀ ਜਿਹੜੇ ਸਟੋਰਾਂ ਤੇ ਕੰਮ ਕਰਦੇ ਨੇ, ਜੋ ਜ਼ਿਆਦਾ ਲੋਕਾਂ ਦੇ ਕੰਟੈਕਟ ਵਿੱਚ ਆਉਂਦੇ ਨੇ, ਔਰ ਸਭ ਤੋਂ ਪਹਿਲੀ ਕਤਾਰ ਵਿੱਚ ਉਹ ਹੈਲਥ ਵਰਕਰ ਵੀ ਆਉਂਦੇ ਸੀਗੇ। ਔਰ ਹੁਣ ਤਾਂ BC ਨੇ ਹਾਲਾਂ ਤੱਕ ਅੱਜ ਇਹ ਵੀ ਐਲਾਨ ਕੀਤਾ ਕਿ ਜਿਹੜੇ ਕੇਅਰ ਹੋਮਸ ਨੇ ਉਹਨਾਂ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬੂਸਟਰ ਸ਼ਾਟ ਵੀ ਜਿਹੜੇ ਦਿੱਤੇ ਜਾਣਗੇ। ਸੋ ਹੁਣ ਇਸ ਕਰਕੇ ਜਿਹੜੇ ਫਰੰਟ ਵਾਰੀਅਰ ਦੇ ਵਿੱਚ ਵੀ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਸੋ ਇਹਨਾਂ ਲਈ ਮੰਨਿਆ ਜਾਂਦਾ ਕਿ ਕਾਫੀ ਜ਼ਰੂਰੀ ਆ ਕਿ ਵੈਕਸੀਨ ਜਿਹੜੀ ਉਹ ਲਗਵਾਈ ਜਾਵੇ, ਔਰ ਖੁਦ ਵੀ ਇਹ ਕਾਫੀ ਲੋਕਾਂ ਦੇ ਕੰਟੈਕਟ ਵਿੱਚ ਆਉਂਦੇ ਨੇ ਜਦੋਂ ਸਿਹਤ ਸੇਵਾਵਾਂ ਦਿੰਦੇ ਨੇ। ਸੋ ਇਸ ਕਰਕੇ ਜੇਕਰ ਉਹਨਾਂ ਨੂੰ ਕਿਸੇ ਨੂੰ ਕੋਵਿਡ ਹੁੰਦਾ ਆ ਤਾਂ ਹੋਰ ਲੋਕਾਂ ਦੀ ਜ਼ਿੰਦਗੀ ਵੀ ਖਤਰੇ 'ਚ ਆ ਸਕਦੀ ਹੈ। ਸੋ ਇਸ ਕਰਕੇ ਸਾਰਾ ਕੁਝ ਕੀਤਾ ਗਿਆ ਸੀਗਾ, ਪਰ ਹੁਣ ਵੱਡੀ ਗਿਣਤੀ ਆ 17,000 ਹੈਲਥ ਕਾਮਿਆਂ ਨੇ ਹਾਲੇ ਤੱਕ ਵੀ ਗਿਣਤੀ ਨਹੀਂ ਲਵਾਈ ਆ। ਸੋ ਦੇਖਦੇ ਆ ਕਿ ਹੁਣ ਆਪਣੇ ਐਲਾਨ ਉੱਤੇ ਸਰਕਾਰ ਕਾਇਮ ਰਹਿੰਦੀ ਆ, ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ, ਪਰ ਇੰਨਾ ਜ਼ਰੂਰ ਹੈ ਕਿ ਇੱਕ ਵੱਡੀ ਗਿਣਤੀ ਆ ਤੇ ਚਿੰਤਾ ਦਾ ਕਾਰਨ ਵੀ ਹੈ। ਜੀ ਸੋ ਮਨਦੀਪ ਜੀ, ਬੂਸਟਰ ਸ਼ਾਟ ਦੀ ਜਿੱਥੇ ਗੱਲ ਹੋਈ ਹੈ, NACI ਦਾ ਵੀ ਕਹਿਣਾ ਹੈ ਕਿ ਜਿਹੜੇ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਸੀਨੀਅਰਸ ਨੇ ਉਹਨਾਂ ਨੂੰ ਵੀ ਬੂਸਟਰ ਸ਼ਾਟ ਲਗਾਇਆ ਜਾਵੇਗਾ, ਰეკਮੈਂਡ ਉਹਨਾਂ ਵੱਲੋਂ ਕੀਤਾ ਗਿਆ ਹੈ। NACI ਕਹਿੰਦੀ ਹੈ ਕਿ ਜਿਨ੍ਹਾਂ ਨੇ ਦੂਸਰਾ ਡੋਜ਼ ਲਗਵਾਇਆ ਤੇ 6 ਮਹੀਨਿਆਂ ਬਾਅਦ ਉਹਨਾਂ ਨੂੰ ਬੂਸਟਰ ਸ਼ਾਟ ਜਿਹੜਾ ਹੈ ਉਹ ਲਗਾਇਆ ਜਾ ਸਕਦਾ ਹੈ। ਹੁਣ ਲਗਾਤਾਰ ਇਸ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ, ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਹੁਣ ਬੂਸਟਰ ਸ਼ਾਟ ਦੇ ਬਾਰੇ ਵੀ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਨੇ? ਬਿਲਕੁਲ, ਕਿਉਂਕਿ ਬੂਸਟਰ ਸ਼ਾਟ ਦੀ ਅਮਰੀਕਾ ਦੇ ਵਿੱਚ ਕਾਫੀ ਗੱਲ ਚੱਲ ਰਹੀ ਹੈ, ਔਰ ਉੱਥੇ ਤਾਂ ਬਹੁਤ ਸਾਰੇ ਲੋਕਾਂ ਨੇ ਬੂਸਟਰ ਸ਼ਾਟ ਵੀ ਲਵਾਏ, ਔਰ ਇਸ ਤਰੀਕੇ ਦੀ ਗੱਲ ਵੀ ਚੱਲ ਰਹੀ ਸੀ ਕਿ ਕੁਝ ਲੋਕਾਂ ਨੇ ਇਹ ਕਹਿ ਕੇ ਵੈਕਸੀਨ ਹੀ ਦੁਬਾਰਾ ਲਗਾ ਲਈ, ਉਹਨੂੰ ਬੂਸਟਰ ਸ਼ਾਟ ਮੰਨ ਕੇ ਹੀ, ਕਿ ਉਹਨਾਂ ਦੇ ਸਿਰਫ ਹੱਲੇ 1 ਡੋਜ਼ ਲੱਗੀ ਹੈ ਤੇ ਦੂਜੀ ਡੋਜ਼ ਉਹਨਾਂ ਨੇ ਲਵਾਉਣੀ ਆ। ਸੋ ਬੂਸਟਰ ਸ਼ਾਟ ਦੀ ਗੱਲ ਜਿਹੜੀ ਉਹ ਕੈਨੇਡਾ 'ਚ ਵੀ ਸ਼ੁਰੂ ਹੋ ਰਹੀ ਆ। ਅੱਜ ਜਿਵੇਂ BC ਵਿੱਚ ਕਿਹਾ ਗਿਆ ਕਿ ਜਿਹੜੇ ਕੇਅਰ ਹੋਮਸ ਨੇ ਉੱਥੇ ਬੂਸਟਰ ਸ਼ਾਟ ਦਿੱਤਾ ਜਾਵੇਗਾ। ਸੋ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਫਿਰ ਅਮਰੀਕਾ 'ਚ ਕੀਤਾ ਗਿਆ ਸੀ ਕਿ ਜਿਨ੍ਹਾਂ ਨੂੰ ਵੈਕਸੀਨ ਲੱਗੇ ਨੂੰ 8-9 ਮਹੀਨੇ ਹੋ ਗਏ ਨੇ, ਜ਼ਿਆਦਾ ਸਮਾਂ ਹੋ ਗਿਆ, ਉਹਨਾਂ ਦੀ ਹੋ ਸਕਦਾ ਕਿ ਜਿਹੜੀ ਇਮਿਊਨਿਟੀ ਉਹ ਵੀਕ ਹੋ ਗਈ ਹੋਵੇ, ਸੋ ਬੂਸਟਰ ਸ਼ਾਟ ਲਵਾ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਜੇ ਕਰੋਨਾ ਜ਼ਿਆਦਾ ਲੰਬਾ ਸਮਾਂ ਚੱਲ ਗਿਆ ਤਾਂ ਸਾਰੇ ਲੋਕ ਹੀ ਇੱਕ ਵਾਰੀ ਫਿਰ ਬੂਸਟਰ ਸ਼ਾਟ ਵੀ ਲਗਵਾ ਸਕਦੇ ਆ। ਖੈਰ ਦੇਖਦੇ ਆ ਸਰਕਾਰਾਂ ਕੀ ਜਿਹੜੀਆਂ ਇਸ ਸੰਬੰਧੀ ਐਲਾਨ ਕਰਦੀਆਂ ਨੇ, ਪਰ ਜੇਕਰ ਹੁਣ ਅਪੀਲ ਹੋ ਗਈ ਆ ਕਿ ਕੇਅਰ ਹੋਮਸ ਦੇ ਵਿੱਚ ਬੂਸਟਰ ਸ਼ਾਟ ਲੱਗਣੇ ਸ਼ੁਰੂ ਹੋ ਗਏ ਤਾਂ ਫਿਰ ਆਮ ਲੋਕਾਂ ਦੇ ਵੀ ਜਿਹੜਾ ਮੈਨੂੰ ਲੱਗਦਾ ਉਹਨਾਂ ਲਈ ਵੀ ਇਹ ਖੁੱਲ੍ਹ ਜਾਣਗੇ। ਜੀ
ਸੋ ਇਹ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਸਨ ਜਿਨ੍ਹਾਂ ਦੀ ਚਰਚਾ ਅਸੀਂ ਕੀਤੀ ਹੈ ਇਸ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।